हाँ जी, गुड मॉर्निंग एवरीवन। ਆਪਾਂ ਕੱਲ ਆਪਣੇ ਸਬਜੈਕਟ ਦੇ ਵਿੱਚ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵਿੱਚ ਆਪਣੇ ਕੋਲ ਟੌਪਿਕ ਸੀਗਾ ਕਿ ਅਨੁਭਵੀ ਸਿੱਖਣ ਦੇ ਮੁੱਦੇ ਅਤੇ ਸਰੋਕਾਰ ਇਸ਼ੂਜ਼ ਐਂਡ ਕੰਸਰਨ। ਵੀ ਮਤਲਬ ਕੀ ਹੈਗਾਗਾ, ਕਹਿੰਦੇ ਜਦੋਂ ਅਸੀਂ ਅਨੁਭਵੀ ਸਿੱਖਣ ਦੀ ਗੱਲ ਕਰਦੇ ਆ ਨਾ ਕੁਛ ਨਾ ਕੁਛ ਕਿਸੇ ਰੂਪ ਦੇ ਵਿੱਚ ਜਿਹੜੇ ਮੁੱਦੇ ਹੁੰਦੇ ਨੇ, ਇਸ਼ੂਜ਼ ਕ੍ਰੀਏਟ ਹੋ ਜਾਂਦੇ ਨੇ ਔਰ ਉਹ ਸਰੋਕਾਰ ਹੁੰਦੇ ਨੇ, ਮਤਲਬ ਸੰਬੰਧਿਤ ਹੁੰਦੇ ਨੇ। मतलब जरिया ਅਸੀਂ ਕਲਾਸਰੂਮ ਦੇ ਵਿੱਚ ਜਦੋਂ ਅਸੀਂ ਕੋਈ ਅਜਿਹੀ ਪ੍ਰੋਜੈਕਟ ਦੇ ਪ੍ਰਤੀ ਜਦੋਂ ਅਸੀਂ ਪ੍ਰਕਿਰਿਆਵਾਂ ਇੱਕ ਪ੍ਰਯੋਜਨ ਰੂਪ ਦੇ ਵਿੱਚ ਇੱਕ ਪ੍ਰਯੋਜਨ ਅਵਸਥਾ ਦੇ ਵਿੱਚ ਜਦੋਂ ਅਸੀਂ ਸ਼ਾਮਲ ਹੁੰਦੇ ਆ, ਸਾਡੀ ਉਹ ਪ੍ਰਤੀਕਿਰਿਆ ਜਿਹੜੀ ਹੁੰਦੀ ਹੈ, ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ, ਇੱਕ ਉਹ ਅਨੁਭਵੀ ਸਿੱਖਣ ਦੇ ਰੂਪ ਦੇ ਵਿੱਚ ਸ਼ਾਮਲ ਹੁੰਦੀ ਹੈ। ਪਰ ਅਸੀਂ ਦੇਖਦੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਕੰਸਰਨ ਹੁੰਦੇ ਨੇ ਇੱਕ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਰਿਗਾਰਡਿੰਗ। ਤਾਂ ਕੱਲ ਜਿਹੜਾ ਆਪਾਂ ਸੰਪਰਕ ਕੀਤੇ ਸੀਗੇ ਕਿ ਅਨੁਭਵੀ ਸਿੱਖਣ ਦੇ ਮੁੱਦੇ ਦੇ ਸਰੋਕਾਰ ਹੈਗੇ ਨੇ, ਉਹ ਆਪਾਂ ਫਸਟ ਜਿਹੜਾ ਸੰਪਰਕ ਲਿਖਿਆ ਸੀਗਾ ਕਿ ਮਿਸਕਨਸੈਪਸ਼ਨ ਸਾਡੀਆਂ ਹੋ ਗਈਆਂ, ਲਾਈਕ ਗਲਤਫਹਿਮੀ ਨੂੰ ਜਦੋਂ ਅਸੀਂ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਦੇ ਆ। ਸੈਕਿੰਡ ਆਪਾਂ ਸੰਪਰਕ ਆਪਾਂ ਜਿਹੜਾ ਡਿਸਕਸ ਕੀਤਾ ਸੀਗਾ ਟੂ ਮਚ ਟ੍ਰਾਇਲ ਐਂਡ ਐਰਰ, ਮਤਲਬ ਕੀ ਹੈਗਾ ਯਤਨ ਅਤੇ ਭੁੱਲ ਬਹੁਤਾਤ ਮਾਤਰਾ ਦੇ ਵਿੱਚ ਆਪਾਂ ਇਹ ਸੰਪਰਕ ਲਿਖਿਆ ਸੀਗਾ। और फिर ਜਿਹੜਾ ਲਿਖਿਆ ਸੀਗਾ ਆਪਾਂ ਟਾਈਮ ਜਿਹੜਾ ਹੈਗਾ ਐਂਡ એનર્ਜੀ ਜਿਹੜੀ ਹੈਗੀ ਆ ਉਹ ਕੀ ਹੈਗੀ ਆ ਸਾਡੀ ਇਸ਼ੂਜ਼ ਹੈ, ਸਾਡਾ ਇੱਕ ਕੰਸਰਨ ਹੈ ਕਿਹਦੇ ਰਿਲੇਟਡ ਇੱਕ ਅਨੁਭਵੀ ਸਿੱਖਣ ਦੇ ਮੁੱਦੇ ਅਤੇ ਸਰੋਕਾਰ ਦੇ ਰੂਪ ਦੇ ਵਿੱਚ। ਫਿਰ ਆਪਾਂ ਇੰਟਰੋਡਕਸ਼ਨ ਵੀ ਆਪਾਂ ਸਟਾਰਟ ਕੀਤੀ ਸੀਗੀ ਇਸ ਪੁਆਇੰਟ ਦੇ ਵਿੱਚ ਆਪਾਂ। ਤਾਂ ਉਸ ਤੋਂ ਬਾਅਦ ਜਿਹੜਾ ਅੱਜ ਆਪਾਂ ਪੁਆਇੰਟ ਸ਼ੁਰੂ ਕਰਨਾ ਹੈਗਾ, ਸਭ ਪੁਆਇੰਟ ਆਪਣੇ ਕੋਲੇ ਸਟਾਰਟਿੰਗ ਜਿਹੜੀ ਹੈਗੀ ਆ ਉਹ ਤੁਸੀਂ ਲਿਖੋ ਸ਼੍ਰੇਣੀ ਕਮਰੇ ਦੀ ਸੀਮਾ। ਸ਼੍ਰੇਣੀ कमरे दी सीमा श्रेणी कमरे दी सीमा श्रेणी कमरे दी सीमा। देखो ये साडे कोले नेक्स्ट सब पॉइंट हैगा जेड़ा ਅਸੀਂ ਕੱਲ ਇਸੇ ਟੌਪਿਕ ਨੂੰ ਜਦੋਂ ਅਸੀਂ ਇੱਕ ਗਲਤਫਹਿਮੀ ਯਤਨ ਅਤੇ ਭੁੱਲ ਦੇ ਨਾਲ ਔਰ ਅਸੀਂ ਟ੍ਰਾਇਲ ਐਂਡ ਐਰਰ ਜਿਹਨੂੰ ਅਸੀਂ ਕਹਿੰਦੇ ਇੰਗਲਿਸ਼ ਦੇ ਵਿੱਚ ਔਰ ਟਾਈਮ ਐਂਡ એનર્ਜੀ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਸ਼੍ਰੇਣੀ ਕਮਰੇ ਦੀ ਸੀਮਾ। ਸੀਮਾ ਕੀ ਹੁੰਦੀ ਹੈ ਜੀ, ਆਪਾਂ ਕਹਿ ਦਿੰਦੇ ਆ ਸਾਡੇ ਕਮਰੇ ਦੇ ਵਿੱਚ ਕਲਾਸਰੂਮ ਦੇ ਵਿੱਚ ਜਿਹੜੀ ਇੱਕ ਬੈਠਣ ਦੀ ਕੈਪੈਸਿਟੀ ਹੈਗੀ ਹੈ, ਇਹ ਸਾਡੀ ਇੱਕ ਹੱਦ ਹੈ, ਇੱਕ ਸਾਡੀ ਸੀਮਾ ਹੈ ਕਲਾਸਰੂਮ। ਤਾਂ ਇੱਕ ਕਮਰਾ ਹੋਵੇ ਸਾਡੇ ਕੋਲੇ, ਮਤਲਬ ਜਿਹੜਾ ਸਾਡੇ ਕੋਲੇ ਇੱਕ ਸ਼੍ਰੇਣੀ ਦਾ ਕਮਰਾ ਹੈ ਕਹਿੰਦੇ ਉਹਦੀ ਸੀਮਾ ਹੈ। ਇਹ ਵੀ ਇੱਕ ਕਹਿੰਦੇ ਇਸ਼ੂਜ਼ ਅਤੇ ਸਰੋਕਾਰ ਹੈ। ਮਤਲਬ ਸਰੋਕਾਰ ਆਪਾਂ ਕੱਲ ਗੱਲ ਕੀਤੀ ਸੀ ਕਿ ਡਾਕਟਰ ਨੇ ਸਾਡੇ ਕੋਲੇ ਭਾਈ ਕਾਹਨ ਸਿੰਘ ਨਾਭਾ ਜੀ ਹੈਗੇ ਨੇ ਸਾਡੇ ਕੋਲੇ, ਜਿਨ੍ਹਾਂ ਨੇ ਇੱਕ ਪੰਜਾਬੀ ਮਹਾਨ ਕੋਸ਼ ਦੇ ਵਿੱਚ ਕੋਈ ਨਾ ਕੋਈ ਆਪਣਾ ਸਮਰਥਕ ਜਿਹੜਾ ਹੈਗਾ ਬਹੁਤ ਜ਼ਿਆਦਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਤਾਂ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਵੀ ਸਰੋਕਾਰ ਹੁੰਦਾ ਹੈ ਪ੍ਰਯੋਜਨ, ਉਹਦੇ ਸੰਬੰਧ ਦੇ ਵਿੱਚ ਉਹਦੇ ਤਾਲੁਕਾਤ ਆਪਾਂ ਕੱਲ ਵੀ ਡਿਸਕਸ ਕੀਤਾ ਸੀ। ਤਾਂ ਦੇਖੋ ਅਨੁਭਵੀ ਸਿੱਖਣ ਦਾ ਜਿਹੜਾ ਮੁੱਦਾ ਹੈਗਾ ਜਾਂ ਸਰੋਕਾਰ ਹੈਗੇ ਨੇ, ਕਹਿੰਦੇ ਇੱਕ ਸ਼੍ਰੇਣੀ ਕਮਰੇ ਦੀ ਸੀਮਾ ਵੀ ਕਾਊਂਟ ਹੁੰਦੀ ਹੈ ਇੱਕ ਅਨੁਭਵੀ ਸਿੱਖਣ ਦੇ ਵਿੱਚ। ਕੀ ਹੈਗਾ ਕਹਿੰਦੇ ਦੇਖੋ ਇੱਕ ਤਾਂ ਉਹਨਾਂ ਨੇ ਕਹਿੰਦਾ ਸ਼੍ਰੇਣੀ ਦਾ ਕਮਰਾ ਹੋ ਗਿਆ, ਫਿਰ ਉਹ ਕਹਿੰਦੇ ਲਿਮਟਿਡ ਹੋ ਗਿਆ, ਲਿਮਟਿਡ ਕਲਾਸ ਟਾਈਮ। ਹੁਣ ਲਿਮਟਿਡ ਕਲਾਸ ਟਾਈਮ ਕੀ ਹੈਗਾ ਜੀ, लिमिटेड क्लास टाइम। लिमिटेड क्लास टाइम ਇਹ ਅਸੀਂ ਜਦੋਂ ਸੌਫਟਵੇਅਰ ਨੂੰ ਲਿਖਣਾ ਹੋਵੇ ਤਾਂ ਅਸੀਂ ਉਹਨੂੰ ਇੰਗਲਿਸ਼ ਦੇ ਵਿੱਚ ਵੀ ਨਾਲ ਅਸੀਂ ਲਿਖ ਸਕਦੇ ਹਾਂ, ਉਸਨੂੰ ਅਸੀਂ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹਾਂ ਜੇਕਰ ਸਾਡਾ ਮੀਡੀਅਮ ਪੇਪਰ ਦੇ ਵਿੱਚ ਪੰਜਾਬੀ ਹੈ। ਇਹ ਗੱਲ ਧਿਆਨ ਚ ਰੱਖਿਆ ਕਰੋ ਕਿ ਜਿਹੜੇ ਪੰਜਾਬੀ ਮੀਡੀਅਮ ਦੇ ਬੱਚੇ ਹੈਗੇ ਨੇ ਉਹ ਇੰਗਲਿਸ਼ ਦੇ ਵਿੱਚ ਵੀ ਸਬ ਪੁਆਇੰਟਸ ਨੂੰ ਉੱਥੇ ਲਿਖ ਸਕਦੇ ਹਨ। ਹੁਣ ਜਦੋਂ ਉਹਨਾਂ ਨੇ ਗੱਲ ਕਹਿਤੀ ਜੀ ਸ਼੍ਰੇਣੀ ਕਮਰੇ ਦੀ ਸੀਮਾ, ਇਹ ਇੱਕ ਅਨੁਭਵੀ ਸਿੱਖਣ ਦੇ ਵਿੱਚ ਮੁੱਦਾ ਜਾਂ ਸਰੋਕਾਰ ਕਿਵੇਂ ਬਣ ਗਿਆ ਆਪਾਂ ਡਿਸਕਸ ਕਰਦੇ ਹਾਂ। ਦੇਖੋ ਇੱਕ ਆਪਣੀ ਕਲਾਸਰੂਮ ਆਪਾਂ ਨੂੰ ਮਿਲਿਆ ਹੋਇਆ ਹੈ, ਜਦੋਂ ਅਸੀਂ ਕਿਸੇ ਚੀਜ਼ ਦੇ ਪ੍ਰਤੀ ਜਦੋਂ ਅਸੀਂ ਸਿੱਖਣ ਦੀ ਗੱਲ ਕਰਦੇ ਹੈਗੇ ਹਾਂ ਤਾਂ ਸਾਡਾ ਉਹ ਜਿਹੜਾ ਅਨੁਭਵ ਹੈਗਾ, ਸਾਡੀ ਜਿਹੜੀ ਰਿਅਲਾਈਜੇਸ਼ਨ ਹੈਗੀ ਹੈ ਉਹ ਕਿਵੇਂ ਹੋਊਗੀ, ਕਾਰਜ ਅਵਸਥਾ ਦੇ ਵਿੱਚ ਆ ਗਈ। ਕਾਰਜ ਅਵਸਥਾ ਕੀ ਹੈਗੀ ਸਾਡੀ, ਇੱਕ ਸਿਰਫ ਕਲਾਸਰੂਮ ਦੇ ਵਿੱਚ ਸਿਰਫ ਅਸੀਂ ਬੋਲਣਾ ਹੈ, ਸਮਝਣਾ ਹੈ, ਲਿਖਣਾ ਹੈ। ਪਰ ਜਿਹੜੀਆਂ ਐਕਚੁਅਲ ਦੇ ਵਿੱਚ ਇੱਕ ਵਿਸ਼ੇ ਦੇ ਸੰਬੰਧੀ ਜੋ ਪ੍ਰਯੋਜਨ ਕਿਰਿਆਵਾਂ ਹੁੰਦੀਆਂ ਹਨ, ਜੋ ਗਤੀਵਿਧੀਆਂ ਹੁੰਦੀਆਂ ਹਨ, ਉਹਨਾਂ ਨੂੰ
ਅਸੀਂ ਅਨੁਭਵ ਨਹੀਂ ਕਰ ਸਕਦੇ। ਸੋ ਜਿਹੜੀ ਅਨੁਭਵ ਸਿੱਖਣ ਦੀ ਗੱਲ ਹੈਗੀ ਆ, ਜਾਂ ਇੱਕ ਕਮਰੇ ਦੀ ਗੱਲ ਹੋਈ ਹੈ, ਇੱਕ ਕਲਾਸ ਰੂਮ ਦੀ ਗੱਲ ਹੋ ਰਹੀ, ਉਹਦੇ ਵਿੱਚ ਟਾਈਮ ਦੀ ਗੱਲ ਹੋ ਰਹੀ ਹੈ, ਲਿਮਟਡ ਦੀ ਗੱਲ ਹੋ ਰਹੀ ਹੈ, ਤਾਂ ਨੈਚੁਰਲੀ ਇਹ ਕਿਤੇ ਨਾ ਕਿਤੇ ਸਾਡੀ ਇੱਕ ਸਮਾਂ ਸਾਰਣੀ ਬਣਾਈ ਗਈ ਹੈ ਕਿ ਤੁਸੀਂ ਅਧਿਆਪਨ ਦੇ ਦੌਰਾਨ ਜਦੋਂ ਵੀ ਆਪਾਂ ਦੇਖੋ ਪੜ੍ਹ ਕੇ ਆਏ ਆ, ਤਾਂ ਅਸੀਂ ਇੱਕ ਸਮੇਂ, ਇੱਕ ਲਿਮਟਡ ਸਮੇਂ ਦੇ ਵਿੱਚ, ਇੱਕ ਲਿਮਟਡ ਮਤਲਬ ਏਰੀਆ ਦੇ ਵਿੱਚ ਅਸੀਂ ਕੁਝ ਨਾ ਕੁਝ ਸਿੱਖ ਕੇ ਆਏ ਆ। ਤਾਂ ਜਿਹੜਾ ਸਾਡਾ ਆਪਣਾ ਐਕਚੁਅਲ ਦੇ ਵਿੱਚ ਜਿਹੜਾ ਸਾਡਾ ਆਪਣਾ ਅਨੁਭਵ ਹੈਗਾ ਉਹ ਕੀ ਹੈਗਾ ਕਿ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਉੱਥੇ ਸਾਡੀ ਐਕਚੁਅਲੀ ਜਿਹੜੀ ਰਿਅਲਾਈਜੇਸ਼ਨ ਹੈਗੀ ਆ, ਉਹਦਾ ਰਿਫਲੈਕਸ਼ਨ, ਉਹਦਾ ਰਿਵਿਊ ਸਾਨੂੰ ਆਪਸ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ, ਜਦੋਂ ਉਹਦੇ ਨਤੀਜੇ ਜਿਹੜੇ ਹੈਗੇ ਨੇ ਅਸੀਂ ਸਾਰਥਕ ਰੂਪ ਦੇ ਵਿੱਚ ਲੈਂਦੇ ਹਾਂ। ਤਾਂ ਇਹ ਸ਼੍ਰੇਣੀ ਦਾ ਕਮਰੇ ਦੀ ਇੱਕ ਸੀਮਾ ਹੈ, ਇਹਦੇ ਵਿੱਚ ਸਾਡੇ ਜਿਹੜੇ ਅਨੁਭਵ ਹੈਗੇ ਨੇ ਉਹ ਬਾਹਰ ਉੱਪਰ ਕੇ ਸਾਹਮਣੇ ਨਹੀਂ ਆਉਂਦੇ। ਜਿਹੜੀ ਸਾਡੀ ਸੈਲਫ ਰਿਅਲਾਈਜੇਸ਼ਨ ਹੈਗੀ ਹੈ ਉਹ ਇੱਕ ਗਰੁੱਪ ਦੇ ਵਿੱਚ ਸਾਨੂੰ, ਸਮੂਹ ਦੇ ਵਿੱਚ ਸਾਨੂੰ ਉਦੋਂ ਮਿਲੂਗੀ ਜਦੋਂ ਅਸੀਂ ਇੱਕ ਗਰੁੱਪ ਦੇ ਵਿੱਚ ਮਿਲ ਕੇ ਆਪਣੇ ਵੱਖ-ਵੱਖ ਵਿਚਾਰਾਂ ਦੇ ਤਹਿਤ ਉਸ ਪ੍ਰਯੋਜਨ ਦੇ ਪ੍ਰਤੀ ਜੋ ਕਿਰਿਆਵਾਂ ਕਰਾਂਗੇ, ਐਕਚੁਅਲੀ ਸਾਡੀ ਉਹੀ ਕੀ ਹੈਗੀ, ਇੱਕ ਅਨੁਭਵੀ ਸਿੱਖਣ ਦਾ ਇੱਕ ਰਿਅਲਾਈਜੇਸ਼ਨ ਹੈ ਸਾਡਾ। ਤਾਂ ਇਹਦਾ ਅਨੁਭਵੀ ਸਿੱਖਣ ਦਾ ਇੱਕ ਮੁੱਦਾ ਹੈਗਾ, ਕਹਿੰਦੇ ਜੇ ਸਰੋਕਾਰ ਹੈਗੇ ਸਾਨੂੰ ਕਿਹੜੇ ਰੂਪ ਦੇ ਵਿੱਚ ਮਿਲਦੇ ਹਨ, ਕਲਾਸ, ਜਿਹੜਾ ਸਾਡੇ ਕੋਲ ਲਿਮਟਡ ਕਲਾਸ ਟਾਈਮ ਹੈਗਾ, ਇਸ ਰੂਪ ਦੇ ਵਿੱਚ ਵੀ ਸਾਡੇ ਕੋਲ ਇੱਕ ਮੁੱਦਾ ਜਿਹੜਾ ਸਰੋਕਾਰ ਸਾਨੂੰ ਮਿਲਦੇ ਹੈਗੇ। ਨੈਕਸਟ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ, ਸੰਸਾਧਨਾਂ ਦੀ ਸੁਲਭਤਾ, ਸੰਸਾਧਨਾਂ ਦੀ ਸੁਲਭਤਾ, ਇਹ ਸਾਡੇ ਕੋਲੇ ਰਿਸੋਰਸਸ ਹੁੰਦੇ ਹਨ। ਤੁਸੀਂ ਦੇਖੋ ਸਾਰੇ ਪਹਿਲਾਂ ਆਪਾਂ ਕੋਈ ਨਾ ਕੋਈ, ਜਦੋਂ ਆਪਾਂ ਕਿਸੇ ਵਿਸ਼ੇ ਦੇ ਤਹਿਤ ਜਦੋਂ ਆਪਾਂ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਆਪਾਂ ਕਹਿੰਦੇ ਨੇ ਸਾਡੇ ਕੋਲੇ ਰਿਸੋਰਸਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਬਲਕਿ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਆਪਣੇ ਆਪਦੇ ਗਿਆਨ ਦੇ ਵਿੱਚ ਵਾਧਾ ਕਰਨਾ ਹੋਵੇ, ਆਪਣੇ ਅਨੁਭਵ ਦੇ ਵਿੱਚ ਵਿਕਾਸ ਲੈ ਕੇ ਆਉਣਾ ਹੋਵੇ, ਤਾਂ ਨੋ ਡਾਊਟ ਸਾਡੇ ਕੋਲੇ ਉਹ ਸੁਲਭਤਾ ਹੋਣੀ ਚਾਹੀਦੀ ਹੈ ਸੰਸਾਧਨਾਂ ਦੇ ਰੂਪ ਦੇ ਵਿੱਚ। ਜਿਹੜੇ ਹੁਣ ਸੰਸਾਧਨ ਹੈਗੇ ਨੇ ਸਾਡੇ ਕੋਲੇ ਉਹ ਕੀ ਹੈਗੇ ਨੇ, ਲਿਮਟਡ ਨੇ, ਲਿਮਟਡ ਐਕਸੈਸ ਟੂ ਰਿਸੋਰਸਸ। ਇਹਨੂੰ ਇੰਗਲਿਸ਼ ਦੇ ਵਿੱਚ ਲਿਖਣਾ ਹੋਵੇ ਤਾਂ ਲਿਮਟਡ ਐਕਸੈਸ ਟੂ ਰਿਸੋਰਸਸ ਕੀ ਹੈਗਾ। ਦੇਖੋ ਜਿਹੜਾ ਅੱਜ ਦਾ ਸਮਾਂ ਹੈਗਾ, ਜਿਹੜਾ ਇਹ ਕੀ ਹੈਗਾ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਆਧੁਨਿਕ ਸਮਾਂ, ਮਤਲਬ ਕੀ ਹੈਗਾ ਕਹਿੰਦੇ ਆਧੁਨਿਕ ਸੰਸਾਰ ਦੇ ਵਿੱਚ ਜਦੋਂ ਅਸੀਂ ਅਨੁਭਵੀ ਸਿੱਖਣ ਦੀ ਗੱਲ ਕਰਦੇ ਹੈਗੇ ਆ, ਤਾਂ ਜਿਹੜੇ ਸਾਡੇ ਸੰਸਾਧਨ ਹੈਗੇ ਨੇ ਉਹ ਇੱਕ ਟੈਕਨੀਕ ਨੂੰ ਲੈ ਕੇ ਬਣੇ ਹੋਏ ਹਨ। ਦੇਖੋ ਪਹਿਲਾਂ ਅਸੀਂ ਆਪਣੀ ਗੱਲਬਾਤ ਦੂਸਰੇ ਸਥਾਨ ਤੇ ਤੱਕ ਜਦੋਂ ਕਿਸੇ ਵਿਅਕਤੀ ਕੋਲ ਪਹੁੰਚਾਉਂਦੇ ਸੀ ਤਾਂ ਕੋਈ ਤਾਰ, ਚਿੱਠੀ, ਪੱਤਰ ਲਿਖ ਕੇ ਆਪਾਂ ਉਹਨਾਂ ਨੂੰ ਸੁਨੇਹਾ ਦਿੱਤਾ ਜਾਂਦਾ ਸੀਗਾ। ਤੇ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ ਵਿਦਿਨ ਨੈਨੋ ਸੈਕਿੰਡ, ਇੱਕ ਤਾਂ ਹੁੰਦਾ ਸੈਕਿੰਡ, ਇੱਕ ਹੁੰਦੇ ਨੇ ਨੈਨੋ ਸੈਕਿੰਡ, ਮਤਲਬ ਜਸਟ ਅੱਖ ਦਾ ਪਲਕ ਝਲਕਦੇ ਹੀ ਸਾਡਾ ਜਿਹੜਾ ਮੈਸੇਜ ਹੈਗਾ ਉਹ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਰਹਿ ਰਹੇ ਵਿਅਕਤੀ ਕੋਲੇ ਪਹੁੰਚ ਜਾਂਦਾ ਹੈ, ਸੈਂਡ ਹੋ ਜਾਂਦਾ ਮੈਸੇਜ। ਤਾਂ ਉਹਦੇ ਕੋਲੇ ਸਾਡੀ ਜਿਹੜੀ ਆਪਣੀ ਭਾਵਨਾ ਹੁੰਦੀ ਹੈ, ਆਪਣੀ ਗੱਲਬਾਤ ਹੁੰਦੀ ਹੈ, ਆਪਣੇ ਵਿਚਾਰ ਹੁੰਦੇ ਨੇ, ਉਹ ਉਸ ਵਿਅਕਤੀ ਕੋਲੇ ਪਹੁੰਚ ਜਾਂਦੇ ਹਨ। ਇਹ ਕੀ ਹੋਗੀ, ਇੱਕ ਆਧੁਨਿਕ ਸੰਸਾਰ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਮੈਂ ਗੱਲ ਕਰ ਰਿਹਾ, ਇਹ ਆਧੁਨਿਕ ਸੰਸਾਰ ਹੈ, ਮਤਲਬ ਵੱਖ-ਵੱਖ ਟੈਕਨੋਲੋਜੀ ਜਿਹੜੀ ਹੈਗੀ ਹੈ ਡਿਵੈਲਪ ਹੋਈ, ਰਿਸਰਚਸ ਹੋਈਆਂ ਹਨ, ਤਾਂ ਉਹ ਕਿਤੇ ਨਾ ਕਿਤੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਭੂਮਿਕਾਵਾਂ ਨਿਭਾ ਰਹੀਆਂ ਹਨ। ਉਹ ਭੂਮਿਕਾਵਾਂ ਹੁਣ ਜਿਹੜੀ ਸੰਸਾਧਨਾਂ ਦੀ ਸੁਲਭਤਾ ਹੈਗੀ ਆ, ਆਪਾਂ ਇੱਕ ਕਲਾਸਰੂਮ ਦੇ ਵਿੱਚ ਜਦੋਂ ਬੱਚਿਆਂ ਨੂੰ ਇੱਕ ਡਾਇਗਰਾਮ, ਦੇਖੋ ਪ੍ਰੋਜੈਕਟ ਕਲਾਸਿਸ ਵੀ ਲੱਗਦੀਆਂ ਹਨ, ਵਿਦ ਦਾ ਪਿਕਚਰਸ ਡਿਸਪਲੇ ਹੁੰਦਾ ਹੈ, ਤਾਂ ਅਸੀਂ ਉਸ ਡਿਸਪਲੇ ਦੇ ਅਕੋਰਡਿੰਗ ਅਸੀਂ ਬਹੁਤ ਵਧੀਆ ਤਰੀਕੇ ਨਾਲ ਟੀਚਿੰਗ ਕਰ ਸਕਦੇ ਹਾਂ, ਲਰਨ ਕਰ ਸਕਦੇ ਹੈਗੇ ਆ। ਸਾਨੂੰ ਉੱਥੇ ਬਰੀਫਲੀ ਨੌਲੇਜ ਮਿਲਦੀ ਹੈ, ਡੂੰਘਾਈ ਦੇ ਤੌਰ ਤੇ ਅਸੀਂ ਬਹੁਤ ਕੁਝ ਸਿੱਖਦੇ ਹਾਂ, ਪਰ ਸਾਡੇ ਕੋਲ ਸੰਸਾਧਨ ਹੋਣੇ ਚਾਹੀਦੇ ਨੇ। ਇਹ ਵੀ ਸਾਡੇ ਕੋਲ ਇੱਕ ਅਨੁਭਵੀ ਸਿੱਖਣ ਦੇ ਮੁੱਦੇ ਨੇ ਜਾਂ ਸਰੋਕਾਰ ਨੇ। ਹੁਣ ਸੰਸਾਧਨ ਸਾਡੇ ਕੋਲ ਕਿਹੜੇ ਰੂਪ ਦੇ ਵਿੱਚ ਮਿਲ ਸਕਦੇ ਨੇ, ਜਿਵੇਂ ਆਪਾਂ ਕਹਿੰਦੇ ਜ਼ੈਰੋਕਸ ਮਸ਼ੀਨ, ਫੋਟੋਸਟੇਟ ਦੀ ਮਸ਼ੀਨ ਜਿਹਨੂੰ ਅਸੀਂ ਕਹਿ ਦਿੰਦੇ ਆ। ਸੈਕੰਡਲੀ ਸਾਡੇ ਕੋਲੇ ਕੰਪਿਊਟਰ ਹੋ ਗਿਆ ਔਰ ਸਾਡੇ ਕੋਲੇ ਇੰਟਰਨੈਟ ਹੋ ਗਿਆ। ਮੈਂ ਲਿਖ ਦਿੰਦਾ ਜੀ ਇੱਥੇ ਨਾਲ, ਸਾਡੇ ਕੋਲੇ ਕੰਪਿਊਟਰ ਦੀ ਗੱਲ ਹੋਈ ਹੈ, ਕੰਪਿਊਟਰ, ਇੰਟਰਨੈਟ
इंटरनेट हो गया जी, कंप्यूटर हो गया जी, इंटरनेट हो गया और फोटोस्टेट की मशीन होगी साडे कोले, फोटोस्टेट दी मशीन। कंप्यूटर हो गया, इंटरनेट हो गया, फोटोस्टेट दी मशीन होगी साडे कोले, ई पुस्तकां हो गया साडियां, लाइब्रेरी हो गया साडियां ई पुस्तकां, पुस्तकां लाइब्रेरी, लाइब्रेरी आदि। देखो ये साडे कोले संसाधन हैगे ने, साडे कोले एक अनुभवी सीखण दे विच मुद्दे भी बने हैं ते सरोकार भी बने हैं। की हैगा भी ਜਿਹੜੇ ਸੰਸਾधन ਹੈਗੇ ਨੇ ਕਹਿੰਦੇ ਉਹਨਾਂ ਦੀ ਸੁਲਭਤਾ ਹੈਗੀ ਆ, ਸਾਡੇ ਕੋਲ ਲਿਮਟਿਡ ਜਿਹੇ ਹੈਗੇ ਨੇ। ਜਦੋਂ ਅਸੀਂ ਸਿੱਖਿਆ ਇੱਕ ਅਨੁਭਵੀ ਸਿੱਖਣ ਦੀ ਗੱਲ ਕਰੀਏ ਤਾਂ ਕੰਪਿਊਟਰ ਵੀ ਸਾਨੂੰ ਅੱਜ ਦੇਖੋ ਆਧੁਨਿਕ ਸਮੇਂ ਦੇ ਵਿੱਚ ਟੈਕਨੋਲੋਜੀ ਹੈ ਕੰਪਿਊਟਰ ਦੀ, ਇੰਟਰਨੈਟ ਦਾ ਜ਼ਮਾਨਾ ਹੈ, ਤਾਂ ਕਿਤੇ ਨਾ ਕਿਤੇ ਸਾਨੂੰ ਫੋਟੋਸਟੇਟ ਦੀ ਮਸ਼ੀਨ ਦੀ ਵੀ ਜ਼ਰੂਰਤ ਪੈਂਦੀ ਹੈ। ई ਪੁਸਤਕਾਂ ਹੋ ਗਈਆਂ, ਸਾਨੂੰ ਕਿਤੇ ਨਾ ਕਿਤੇ ਇਹ ਸਹਾਇਕ ਹੁੰਦੀਆਂ ਨੇ ਜਿਹੜੀਆਂ ਸਾਨੂੰ ਇੰਟਰਨੈਟ ਤੋਂ ਸਾਨੂੰ ਕੁਝ ਨੋਟਸ ਮਿਲਦੇ ਹੈਗੇ ਨੇ। ਫਿਰ ਲਾਇਬ੍ਰੇਰੀ ਦੀ ਗੱਲ ਹੋਈ ਹੈ ਤਾਂ ਬਹੁਤ ਸਾਰੀਆਂ ਜਿਹੜੇ ਕੰਟੈਕਟਸ ਹੈਗੇ ਨੇ ਸਾਡੇ ਕੋਲੇ, ਕੰਟੈਂਟ ਜਿਹੜੇ ਹੈਗੇ ਨੇ ਸਾਨੂੰ ਉੱਥੋਂ ਸਿੱਖਿਆ ਦੇ ਰੂਪ ਦੇ ਵਿੱਚ ਬਹੁਤਾਤ ਮਾਤਰਾ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈਗਾ। ਤਾਂ ਇਹ ਸਾਡੇ ਕੋਲ ਦੇਖੋ ਅਨੁਭਵੀ ਸਿੱਖਣ ਦੇ ਮੁੱਦੇ ਅਤੇ ਸਰੋਕਾਰ ਦੇ ਵਿੱਚ ਸੰਸਾਧਨਾਂ ਦੀ ਸੁਲਭਤਾ ਵੀ ਸਾਨੂੰ ਵੇਖਣ ਨੂੰ ਮਿਲਦੀ ਹੈ। ਤਾਂ ਇਹਦੇ ਉੱਪਰ ਕਿਤੇ ਨਾ ਕਿਤੇ ਸਾਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਵੀ ਧਿਆਨ ਦੇਣਾ ਜ਼ਰੂਰੀ ਹੈ। ਨੈਕਸਟ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ ਅਨੁਭਵੀ ਪਾਠ ਕਰਨ ਦੀ ਘਾਟ, ਅਨੁਭਵੀ ਪਾਠ ਕਰਨ ਦੀ ਘਾਟ, अनुभवी पाठ करन दी घाट, लैक ऑफ एक्सपीरियंशियल करिकुलम, इंग्लिश दे विच इहनूं ट्रांसलेट करना होवे तां अनुभवी जिहड़ा साडा पाठ करन दी घाट हैगी आ, घाट नूं असीं कहंदे ने लैक ऑफ एक्सपीरियंशियल करिकुलम। हुण किते ना किते ਅਸੀਂ ਇਹ ਚੀਜ਼ਾਂ ਦੇਖਦੇ ਆ ਵੀ ਕਹਿੰਦੇ ਅਸਲ ਦੇ ਵਿੱਚ ਇੱਕ ਅਜਿਹੀ ਪ੍ਰਕਿਰਿਆ ਹੈ, ਅਸਲ ਦੇ ਵਿੱਚ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਕੀ ਹੈਗਾ ਕਿ ਕੀ ਪੜਾਇਆ ਜਾ ਰਿਹਾ ਹੈ, ਜਿਸ ਰਾਹੀਂ ਕੀ ਪੜਾਇਆ ਜਾ ਰਿਹਾ ਹੈ, ਕਿਉਂ ਪੜਾਇਆ ਜਾ ਰਿਹਾ ਹੈ, ਕਿਵੇਂ ਪੜਾਇਆ ਜਾ ਰਿਹਾ ਹੈ। ਆਪਾਂ ਇੱਥੇ ਅਨੁਭਵੀ ਪਾਠ ਕਰਨ ਦੇ ਪ੍ਰਤੀ ਜਿਹੜੀ ਘਾਟ ਹੈਗੀ ਹੈ, ਕੀ ਪੜਾਇਆ ਜਾ ਰਿਹਾ ਹੈ, की पढ़ाया जा रहा है, क्यों पढ़ाया जा रहा है, क्यों पढ़ाया जा रहा है, एंड किवें पढ़ाया जा रहा है। देखो सेम गल तुसी कंप्लीटली लिखना होगा जेड़ा अनुभवी पाठकरण हैगा ओदी एक घाट है किस रूप दे विच हैगी आ, ओ साडे कोल इश्यूज एंड जेड़े साडे कंसर्न हैगे ने अनुभवी सिੱਖਣ ਦੇ ਵਿੱਚ कहंदे देखा गया एक अजिही प्रक्रिया है, एक अनुभवी पाठकरण की घाट हैगी है। कहंदे की पढ़ाया जा रहा है भी मतलब की है कि कर्मलाइजेशन के प्रति एक शिक्षा के क्षेत्र दे विच किवें बच्चों को पढ़ाया जा रहा है, फिर कहते क्यों पढ़ाया जा रहा है। तो ये भी गल है कि एक अनुभवी शिक्षा दे विच एक अनुभवी शिक्षा देना क्यों जरूरी है, फिर गल हुई किवें पढ़ाया जा रहा है। देखो किवें का जेड़ा जवाब हैगा अपने कोले संसाधन राही क्लियर हो जाता भी ये किवें पढ़ाया जाऊगा, इन्हां संसाधनां दी सहायता लेके पढ़ाया जा सकता है। क्यों पढ़ाया जा सकता है कि आधुनिक समय है कि आने वाले होर समय दे विच इन्हां संसाधनां दी सहायता लेके ਅਸੀਂ ਜਿਹੜਾ ਆਪਣਾ ਇੱਕ ਵਿਕਾਸ ਹੈਗਾ, ਆਪਣਾ ਜਿਹੜਾ ਗਿਆਨ ਹੈਗਾ, ਟੈਕਨੋਲੋਜੀ ਦੇ ਸਹਾਰੇ ਅਸੀਂ ਆਪਣੀ ਡਿਵੈਲਪਮੈਂਟ ਜਿਹੜੀ
की पढ़ाया जा रहा है? पाठक्रम। हुण देखो किते ना किते ਅਸੀਂ जो पहला सिक्ख्या लैके आए हैं हर विषय ਦੇ ਵਿੱਚ ਅਸੀਂ ਗਿਆਨ ਹਾਸਲ ਕੀਤਾ ਹੈ, ਚਾਹੇ ਉਹ ਸਾਡਾ SST ਦਾ ਵਿਸ਼ਾ ਹੀ ਕਿਉਂ ਨਾ ਹੋਵੇ, ਪੰਜਾਬੀ ਦਾ ਵਿਸ਼ਾ ਹੀ ਕਿਉਂ ਨਾ ਹੋਵੇ, ਇੰਗਲਿਸ਼ ਦਾ ਵਿਸ਼ਾ ਹੀ ਕਿਉਂ ਨਾ ਹੋਵੇ, मैथमेटिक्स ਦਾ ਵਿਸ਼ਾ ਹੀ ਕਿਉਂ ਨਾ ਹੋਵੇ, ਡਰਾਇੰਗ ਦਾ ਵਿਸ਼ਾ ਹੀ ਕਿਉਂ ਨਾ ਹੋਵੇ, ਐਗਰੀਕਲਚਰ ਦਾ ਵਿਸ਼ਾ ਹੀ ਕਿਉਂ ਨਾ ਹੋਵੇ, ਅਤੇ ਹੋਰ ਜੋ ਸਬਜੈਕਟ ਕਾਊਂਟ ਹੁੰਦੇ ਨੇ ਸਾਡੇ, ਜੋ ਅਸੀਂ 10th ਪਲੱਸ 2 ਤੱਕ ਹਾਇਰ ਸੈਕੰਡਰੀ ਤੱਕ ਜੋ ਅਸੀਂ ਐਜੂਕੇਸ਼ਨ ਲੈ ਕੇ ਆਏ ਹਾਂ। ਤਾਂ ਉਹਦੇ ਦੌਰਾਨ ਦੇਖੋ ਆਪਾਂ ਇੱਕ ਅਨੁਭਵੀ ਸਿੱਖਣ ਦੀ ਗੱਲ ਕਰੀਏ ਤਾਂ ਉਸ ਪਾਠਕ੍ਰਮ ਦੇ ਦੌਰਾਨ ਅਸੀਂ ਕੀ ਸਿੱਖਿਆ, ਜੋ ਸਾਡੇ ਕੋਲੇ ਇੱਕ ਕਿਤਾਬ ਦੇ ਅੱਗੇ ਜੋ ਕੰਟੈਂਟ ਦਿੱਤਾ ਹੁੰਦਾ, ਇੰਡੈਕਸ ਦਿੱਤਾ ਹੁੰਦਾ ਸਾਡੇ ਕੋਲੇ, ਅਸੀਂ ਜਸਟ ਉਸੇ ਨੂੰ ਹੀ ਰੀਡ ਕਰਦੇ ਰਹਿੰਦੇ ਹਾਂ, ਉਸੇ ਨੂੰ ਲਰਨ ਕਰਦੇ ਰਹਿੰਦੇ ਹਾਂ, ਅਸੀਂ ਉਸ ਨੂੰ ਵੀ ਸਿੱਖਦੇ ਰਹਿੰਦੇ ਹਾਂ, ਸਾਨੂੰ ਉਹੀ ਅਧਿਆਪਨ ਕਿਰਿਆਵਾਂ ਦੁਆਰਾ ਸਿਖਾਇਆ ਜਾਂਦਾ ਹੈ। ਪਰ ਇੱਥੇ ਇੱਕ ਕਮੀ ਹੈ, ਉਹ ਕਮੀ ਕਿਹੜੀ ਹੈ? ਕਿ ਘਾਟ ਹੈ ਪਾਠਕ੍ਰਮ ਦੇ ਵਿੱਚ। ਕੀ ਘਾਟ ਹੈਗੀ? ਕਿਉਂਕਿ ਉਹ ਅਨੁਭਵ ਤੌਰ ਤੇ ਸ਼ਾਮਲ ਨਹੀਂ ਕੀਤਾ ਜਾਂਦਾ। ਉਸ ਪਾਠਕ੍ਰਮ ਨੂੰ ਅਨੁਭਵੀ ਸਿੱਖਣ ਦੇ ਵਿੱਚ ਕਿਰਿਆਵਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਹੁਣ ਆਪਾਂ ਨੂੰ ਪੜਾਇਆ ਗਿਆ ਹਿਸਟਰੀ ਦੇ ਵਿੱਚ ਕੀ ਪੜਾਇਆ ਗਿਆ? ਹਿਸਟਰੀ ਪੜਾਈ ਗਈ ਹੈ। ਕਿਉਂ ਪੜਾਈ ਗਈ ਹੈ? ਨੰਬਰ ਲੈਣ ਦੇ ਲਈ ਪੜਾਈ ਗਈ ਹੈ। ਕਿਉਂਕਿ ਜੇ ਆਪਾਂ ਅੱਜ ਅਨੁਭਵ ਕਰੀਏ ਨਾ, ਅੱਜ ਰਿਵਾਈਜ਼ ਕਰੀਏ ਅਸੀਂ, ਤਾਂ ਜੋ ਵਿਸ਼ੇ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਸਿਰਫ ਸਾਨੂੰ ਉਹਨਾਂ ਨੇ ਸਾਡੀ ਮੈਮਰੀਜ਼ ਨੂੰ ਡਿਵੈਲਪ ਕੀਤਾ ਹੈ, ਯਾਦ ਰੱਖਣ ਦੀ ਜਿਹੜੀ ਹੈਗੀ ਸਾਡੀ ਸ਼ਕਤੀ ਹੈਗੀ ਆ ਉਹਨੂੰ ਜਾਗਰੂਕ ਕੀਤਾ ਹੈ, ਸਾਨੂੰ ਅਵੇਅਰ ਕੀਤਾ ਹੈ, ਸਾਨੂੰ ਬੋਲਣਾ ਸਿਖਾਇਆ ਹੈ, ਸਾਨੂੰ ਕੰਟੈਕਟ ਦੇ ਪ੍ਰਤੀ ਸਾਨੂੰ ਇੱਕ ਐਜੂਕੇਸ਼ਨ ਦੇ ਉੱਪਰ ਸਾਡਾ ਕਿਵੇਂ ਅਸੀਂ ਉਸ ਨੂੰ ਅੰਡਰਸਟੈਂਡ ਕਰ ਸਕਦੇ ਹਾਂ, ਸਾਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ। ਪਰ ਇੱਕ ਵਿਸ਼ੇ ਦਾ ਗਿਆਨ ਸਾਨੂੰ ਸਮਾਜ ਦੇ ਵਿੱਚ ਵਿਚਰਨ ਦੇ ਲਈ ਸਾਨੂੰ ਕੀ ਅਨੁਭਵ ਕਰਵਾਇਆ ਗਿਆ ਹੈ, ਇਸ ਤੇ ਹਾਲੇ ਵੀ ਕੁਐਸਚਨ ਮਾਰਕ ਲੱਗਿਆ ਹੋਇਆ ਹੈ। ਤਾਂ ਇਹ ਸਾਡੇ ਲਈ ਕੀ ਬਣ ਗਿਆ ਜੀ? ਇੱਕ ਇਸ਼ੂ ਬਣ ਗਿਆ, ਸਾਡੇ ਲਈ ਕੀ ਬਣ ਗਿਆ ਜੀ? ਇਹ ਇੱਕ ਸਰੋਕਾਰ ਬਣ ਗਿਆ। ਹੁਣ ਜੇਕਰ ਅਸੀਂ ਅਨੁਭਵੀ ਸਿੱਖਣ ਦੇ ਮੁੱਦੇ ਤੇ ਸਰੋਕਾਰਾਂ ਦੇ ਵਿੱਚ ਜਦੋਂ ਅਸੀਂ ਇੱਕ ਸ਼੍ਰੇਣੀ ਕਮਰੇ ਦੀ ਗੱਲ ਕਰਦੇ ਹਾਂ ਤਾਂ ਲਿਮਟਡ ਹੋ ਗਿਆ ਕਿਤੇ ਨਾ ਕਿਤੇ ਸਾਨੂੰ ਵਿਸ਼ੇ ਦੇ ਦੌਰਾਨ ਜੋ ਪ੍ਰਤੀਕਿਰਿਆਵਾਂ ਹੈਗੀਆਂ ਉਹਦਾ ਸਾਨੂੰ ਪ੍ਰਯੋਜਨ ਕਰਨ ਦੇ ਲਈ ਸਾਨੂੰ ਪ੍ਰਯੋਗਸ਼ਾਲਾ ਵੀ ਚਾਹੀਦੀ ਹੈ, ਸਾਨੂੰ ਉਹਨਾਂ ਦੇ ਲਈ ਲੈਬੋਰਟਰੀਜ਼ ਵੀ ਚਾਹੀਦੀਆਂ ਹਨ, ਸਾਨੂੰ ਉਹਨਾਂ ਦੇ ਲਈ ਪਲੇਗਰਾਉਂਡ ਵੀ ਚਾਹੀਦਾ ਹੈ, ਸਾਨੂੰ ਉਹਨਾਂ ਦੇ ਲਈ ਆਊਟ ਆਫ ਸਟੇਸ਼ਨ ਵੀ ਜਾਣਾ ਪਊਗਾ। ਬਟ ਕਿਤੇ ਨਾ ਕਿਤੇ ਸਾਡਾ ਪਾਠਕ੍ਰਮ ਜਿਹੜਾ ਹੈਗਾ ਉਹ ਇੰਨਾ ਕਿ ਸਾਡਾ ਦਾਇਰਾ ਲਿਮਟਡ ਕਰ ਦਿੱਤਾ ਗਿਆ, ਸਾਡੀ ਜਿਹੜੀ ਰੇਂਜ ਹੈਗੀ ਉਹ ਬੰਦ ਦਿੱਤੀ ਗਈ ਹੈ। ਤਾਂ ਉਹਦੇ ਨਾਲ ਕੀ ਹੋ ਗਿਆ? ਬਾਉਂਡ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਸਾਡਾ ਜਿਹੜਾ ਅਨੁਭਵੀ ਸਿੱਖਣਾ ਹੈਗਾ ਉਹ ਬਾਹਰ ਨਿਕਲ ਕੇ ਨਹੀਂ ਆਉਂਦਾ। ਇੰਡੀਵਿਜੂਅਲੀ ਤੌਰ ਤੇ ਜਿਹੜੇ ਹੈਗੇ ਸਾਡੀ ਪ੍ਰਤੀਕਿਰਿਆ ਹੈਗੀ ਇੱਕ ਪ੍ਰਜੋਜਨ ਦੇ ਪ੍ਰਤੀ, ਉਹ ਸਾਡੇ ਵਿਚਾਰ ਜਿਹੜੇ ਹੈਗੇ ਨੇ ਉਹ ਅੰਦਰ ਹੀ ਦੱਬੇ ਰਹਿ ਜਾਂਦੇ ਹਨ। ਸੋ ਇਸ ਲਈ ਇੱਕ ਜਿਹੜੇ ਮੁੱਦੇ ਹੈਗੇ ਨੇ ਜਾਂ ਸਰੋਕਾਰ ਹੈਗੇ ਨੇ ਸਾਡੇ ਇਹ ਅਨੁਭਵੀ ਸਿੱਖਣ ਦੇ ਨਾਲ ਸੰਬੰਧਿਤ ਜ਼ਰੂਰ ਰੱਖਦੇ ਹਨ। ਇਹ ਸੰਬੰਧਿਤ ਰੱਖਣ ਦੇ ਨਾਲ ਸਾਡੇ ਕੋਲ ਇੱਕ ਇਸ਼ੂ ਬਣ ਗਿਆ। ਕੀ ਇਸ਼ੂ ਬਣ ਗਿਆ? ਕਿ ਅਨੁਭਵੀ ਸਿੱਖਣ ਦੀ ਜਿਹੜੀ ਸਿੱਖਿਆ ਹੈਗੀ ਹੈ ਉਹ ਸਾਡੇ ਲਈ ਕਿੰਨਾ ਕਮੀਆਂ ਕਰਕੇ, ਕਿੰਨਾ ਮੁੱਦਿਆਂ ਕਰਕੇ ਅਸੀਂ ਜਿਹੜੇ ਹੈਗੇ ਇੱਕ ਅਨੁਭਵੀ ਸਿੱਖਿਆ ਦੇ ਵਿੱਚ ਪਿੱਛੇ ਨੂੰ ਜਾ ਰਹੇ ਹਾਂ, ਡਿਵੈਲਪਮੈਂਟ ਨਹੀਂ ਹੋ ਰਹੀ ਸਾਡੀ, ਅਸੀਂ ਡਿਸਅਪਾਇੰਟਡ ਹੋ ਰਹੇ ਹਾਂ ਇੱਕ ਡਿਵੈਲਪਮੈਂਟ ਨੂੰ ਲੈ ਕੇ। ਸੋ ਇਹਨਾਂ ਗੱਲਾਂ ਨੂੰ ਸਾਨੂੰ ਜਿਹੜਾ ਹੈਗਾ ਇੱਕ ਸਿੱਖਣ ਦੇ ਵਿੱਚ ਬਹੁਤ ਵੱਡੀ ਸਾਡੀ ਇਹ ਮਹੱਤਤਾ ਰੱਖਦਾ ਹੈ। ਤਾਂ ਜਿਹੜਾ ਸਾਡੇ ਕੋਲ ਹੈ ਜੀ ਨੈਕਸਟ ਟੌਪਿਕ ਦੇ ਵਿੱਚ ਇਸੇ ਟੌਪਿਕ ਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਕੰਟੀਨਿਊ ਕਰਾਂਗੇ। ਨੈਕਸਟ ਜਿਹੜੇ ਸਾਡੇ ਕੋਲ ਹੈ ਸਬ ਪੁਆਇੰਟਸ ਹੋਣਗੇ। ਥੈਂਕ ਯੂ।